ਹੈਲੋ ਡੀਅਰ ਸਟੂਡੈਂਟਸ। ਬੇਟੇ ਲਾਸਟ ਲੈਕਚਰ ਦੇ ਵਿੱਚ ਅਸੀਂ ਪੜ੍ਹਿਆ ਸੀ ਫਸਟ ਲਾਅ ਆਫ ਮੋਸ਼ਨ। ਫਸਟ ਲਾਅ ਆਫ ਮੋਸ਼ਨ ਕੀ ਸੀ, ਰਿਪੀਟ ਕਰਦੇ ਹਾਂ। ਐਨ ਆਬਜੈਕਟ ਰਿਮੇਨਸ ਇਨ ਸਟੇਟ ਆਫ ਰੈਸਟ ਔਰ ਆਫ ਯੂਨੀਫਾਰਮ ਮੋਸ਼ਨ unless compelled to change that state by an applied force. An object remains in state of rest, ਇੱਕ object rest ਤੇ ਹੀ ਰਹੇਗੀ ਔਰ ਜਾਂ of uniform motion, uniform motion ਦੇ ਵਿੱਚ ਹੀ ਰਹੇਗੀ। ਭਾਵ ਜੇ ਖੜੀ ਆ ਤਾਂ ਖੜੀ ਰਹੇਗੀ, ਜੇ ਚੱਲ ਰਹੀ ਹੈ ਤਾਂ ਚੱਲਦੀ ਰਹੇਗੀ। in a straight line unless ਜਦੋਂ ਤੱਕ compelled to change, ਅਸੀਂ ਉਸ ਨੂੰ ਕੰਪੈਲ ਨਹੀਂ ਕਰਦੇ। ਕਿਵੇਂ ਕੰਪੈਲ ਨਹੀਂ ਕਰਦੇ? by an applied force ਲਗਾ ਕੇ। ਭਾਵ ਜਿੰਨੀ ਦੇਰ ਫੋਰਸ ਨਹੀਂ ਲਗਾਉਂਦੇ ਖੜੀ ਹੋਈ ਆਬਜੈਕਟ ਖੜੀ ਰਹੇਗੀ ਅਤੇ ਚੱਲਦੀ ਹੋਈ ਚੱਲਦੀ ਰਹੇਗੀ, ਜਿੰਨੀ ਦੇਰ ਤੱਕ ਅਸੀਂ ਐਕਸਟਰਨਲ ਫੋਰਸ ਨਹੀਂ ਲਾਉਂਦੇ। ਇਹ ਸੀ ਫਸਟ ਲਾਅ ਆਫ ਮੋਸ਼ਨ। ਅਤੇ ਅੱਜ ਅਸੀਂ ਨੈਕਸਟ ਸੈਕਿੰਡ ਲਾਅ ਆਫ ਮੋਸ਼ਨ ਕਰਨਾ ਹੈ। ਮਾਸ ਆਫ ਇਨਰਸੀਆ ਵੀ ਹੋ ਗਿਆ ਸੀ। ਮਾਸ ਔਰ ਇਨਰਸੀਆ ਡਾਇਰੈਕਟਲੀ ਲਿੰਕਡ ਨੇ। ਜਿੰਨਾ ਮਾਸ ਜ਼ਿਆਦਾ ਹੋਏਗਾ ਉਨਾ ਹੀ ਇਨਰਸੀਆ ਜ਼ਿਆਦਾ ਹੋਵੇਗਾ। ਅਤੇ ਇਨਰਸੀਆ ਦੀ ਡੈਫੀਨੇਸ਼ਨ ਕੀ ਸੀ? ਇਨਰਸੀਆ ਇਜ਼ ਦੀ ਨੈਚੁਰਲ ਟੈਂਡੈਂਸੀ ਆਫ ਐਨ ਆਬਜੈਕਟ, ਕਿਸੇ ਆਬਜੈਕਟ ਦੀ ਆਪਣੀ ਸਮਰੱਥਾ, ਆਪਣੀ ਟੈਂਡੈਂਸੀ ਟੂ ਰਜਿਸਟ ਏ ਚੇਂਜ ਇਨ ਇਟਸ ਸਟੇਟ ਆਫ ਮੋਸ਼ਨ ਔਰ ਰੈਸਟ, ਜਿਹਦੇ ਕਰਕੇ ਮੋਸ਼ਨ ਦੇ ਵਿੱਚ ਰਹਿੰਦੀ ਆ ਆਬਜੈਕਟ ਜਾਂ ਖੜੀ ਰਹਿੰਦੀ ਆ। ਜਿਹਦੇ ਕਰਕੇ ਕੋਈ ਚੀਜ਼ ਖੜੀ ਹੈ, ਉਹ ਕਿਸ ਕਰਕੇ ਖੜੀ ਹੈ? ਇੱਕ ਬਾਕਸ ਖੜਾ ਹੈ, ਹਵਾ ਨਾਲ ਹਿੱਲ ਨਹੀਂ ਰਿਹਾ, ਇਨਰਸ਼ੀਆ ਆਫ ਮਾਸ ਕਰਕੇ। ਪੱਖਾ ਚੱਲ ਰਿਹਾ ਹੈ, ਸਵਿੱਚ ਆਫ ਕਰੇ ਤੇ ਨਹੀਂ ਰੁਕਿਆ, ਉਹਦੇ ਵਿੱਚ ਕੀ ਹੈ? ਇਨਰਸ਼ੀਆ ਆਫ ਮੋਸ਼ਨ, ਇਨਰਸ਼ੀਆ ਆਫ ਰੈਸਟ। ਖੜੀ ਚੀਜ਼ ਵਿੱਚ ਇਨਰਸ਼ੀਆ ਆਫ ਰੈਸਟ ਅਤੇ ਮੂਵਿੰਗ ਬਾਡੀ ਦੇ ਵਿੱਚ ਇਨਰਸ਼ੀਆ ਆਫ ਮੋਸ਼ਨ ਹੁੰਦਾ ਹੈ। ਸੋ ਨੈਕਸਟ ਸੈਕਿੰਡ ਲਾਅ ਆਫ ਮੋਸ਼ਨ ਕੀ ਹੈ? ਨਿਊਟਨ ਸੈਕਿੰਡ ਲਾਅ ਆਫ ਮੋਸ਼ਨ। ਇੱਥੇ ਦੋ ਕੁਆਂਟੀਟੀਜ਼ ਅਸੀਂ ਕਾਊਂਟ ਕਰਨੀਆਂ ਹਨ, ਮਾਸ ਐਂਡ ਵੈਲੋਸਿਟੀ। ਮਾਸ ਐਂਡ ਵੈਲੋਸਿਟੀ। ਇੱਥੇ ਕੁਝ ਐਗਜ਼ਾਮਪਲਸ ਹਨ। ਏ ਟਰੱਕ ਐਟ ਰੈਸਟ ਡਜ਼ਨਟ ਰਿਕੁਆਇਰ ਐਨੀ ਅਟੈਂਸ਼ਨ ਬਟ ਵੈਨ ਪਾਰਕਡ ਅਲੋਂਗ ਏ ਰੋਡ ਸਾਈਡ। ਜਦੋਂ ਇੱਕ ਟਰੱਕ ਖੜ੍ਹਾ ਹੈ, ਉਸ ਦਾ ਮਾਸ ਦੇਖੋ ਬਹੁਤ ਜ਼ਿਆਦਾ ਹੈ, ਬੜਾ ਭਾਰਾ ਹੈ। ਜੇ ਖੜ੍ਹਾ ਹੈ ਉਸ ਦਾ ਕੋਈ ਨੁਕਸਾਨ ਨਹੀਂ ਹੈ। ਬਟ ਇਹ ਸਮਾਲ ਮਾਸ, ਇੱਕ ਛੋਟਾ ਜਿਹਾ ਮਾਸ ਸੱਚ ਐਜ਼ ਬੁਲਟ ਮੇ ਕਿਲ ਏ ਪਰਸਨ ਵੈਨ ਫਾਇਰਡ ਫਰਾਮ ਏ ਗਨ। ਦੂਸਰੇ ਸਾਈਡ 'ਤੇ ਇੱਕ ਛੋਟੀ ਜਿਹੀ ਰਾਈਫਲ ਦੀ ਜਿਹੜਾ ਬੁਲਟ ਹੈ ਉਹ ਕਿਸੇ ਬੰਦੇ ਨੂੰ ਮਾਰ ਸਕਦਾ ਹੈ। ਟਰੱਕ ਇੰਨਾ ਭਾਰਾ ਹੈ, ਖੜ੍ਹਾ ਹੈ। ਇਸ ਦਾ ਮਤਲਬ ਦੋ ਚੀਜ਼ਾਂ ਕਾਊਂਟ ਕਰਦੀਆਂ ਹਨ, ਮਾਸ ਵੀ ਕਾਊਂਟ ਕਰਦਾ ਹੈ ਅਤੇ ਸਪੀਡ ਵੀ ਕਾਊਂਟ ਕਰਦੀ ਹੈ, ਵੈਲੋਸਿਟੀ। ਜੇ ਕੋਈ ਭਾਰੀ ਚੀਜ਼ ਮਾਸ ਵੀ ਜ਼ਿਆਦਾ ਹੋਵੇ ਅਤੇ ਸਪੀਡ ਵੀ ਜ਼ਿਆਦਾ ਹੋਵੇ, ਜਿਵੇਂ ਟ੍ਰੇਨ, ਉਹ ਜ਼ਿਆਦਾ ਇਫੈਕਟ ਕਰੇਗੀ। ਹੁਣ ਬੁਲਟ ਕੀ ਹੈ? ਮਾਸ ਘੱਟ ਹੈ, ਸਪੀਡ ਜ਼ਿਆਦਾ ਹੈ, ਉਹ ਵੀ ਨੁਕਸਾਨ ਕਰੇਗੀ। ਜੇਕਰ ਮਾਸ ਜ਼ਿਆਦਾ ਹੈ, ਸਪੀਡ ਘੱਟ ਹੈ, ਉਸ ਦਾ ਨੁਕਸਾਨ ਘੱਟ ਹੋਵੇਗਾ। ਅਤੇ ਇਸ ਤਰ੍ਹਾਂ ਦੋ ਫੈਕਟਰ ਹਨ ਇੱਥੇ, ਇੱਕ ਵੈਲੋਸਿਟੀ ਅਤੇ ਇੱਕ ਮਾਸ। ਸੋ ਦੀਜ਼ ਆਬਜ਼ਰਵੇਸ਼ਨਸ, ਜੋ ਅਸੀਂ ਗੱਲਾਂ ਡਿਸਕਸ ਕਰੀਆਂ ਹਨ, ਸਾਨੂੰ ਸੁਜੈਸਟ ਕਰਦੀਆਂ ਨੇ ਦੈਟ ਦੀ ਇੰਪੈਕਟ ਪ੍ਰੋਡਿਊਸਡ ਬਾਏ ਦੀ ਆਬਜੈਕਟਸ, ਕਿਸੇ ਆਬਜੈਕਟਸ ਦਾ ਪ੍ਰਭਾਵ ਹੈ ਜਿਹੜਾ ਡਿਪੈਂਡਸ ਅਪੋਨ ਦੇਅਰ ਮਾਸ ਐਂਡ
velocity, mass ਤੇ velocity ਤੇ depend ਕਰਦਾ ਹੈ। Similarly, if an object is to be accelerated, ਇੱਕ object ਨੂੰ ਤੇਜ਼ ਕਰਨਾ ਹੈ, we know that a greater force is required to give a greater velocity। ਵੱਧ velocity ਜਾਂ ਵੱਧ ਸਪੀਡ ਬਣਾਉਣ ਲਈ ਵੱਧ ਫੋਰਸ ਲਾਉਣੀ ਪਵੇਗੀ। In other words, there appears to exist some quantity of importance that combines the mass and its velocity। ਹੁਣ ਸਾਨੂੰ ਇੱਕ ਐਸੀ ਕੁਆਂਟਿਟੀ ਦੀ ਲੋੜ ਹੈ, ਐਸੇ ਫੈਕਟਰ ਦੀ ਲੋੜ ਹੈ ਜਿਹੜਾ ਦੋਨਾਂ ਨੂੰ ਕਾਊਂਟ ਕਰੇ, ਮਾਸ ਤੇ ਵੈਲੋਸਿਟੀ ਨੂੰ। ਇੱਥੇ ਇੱਕ ਨਵਾਂ ਵਰਡ ਸਿੱਖਣਾ ਹੈ, ਸੱਚ ਐਨ ਪ੍ਰੋਪਰਟੀ ਇਜ਼ ਕਾਲਡ ਮੋਮੈਂਟਮ। ਇਸ ਨੂੰ ਕਿਹਾ ਜਾਂਦਾ ਹੈ ਮੋਮੈਂਟਮ। ਮੋਮੈਂਟਮ ਕੀ ਹੈ? ਇਟ ਇਜ਼ ਡਿਨੋਟਡ ਬਾਏ ਪੀ। ਮੋਮੈਂਟਮ ਨੂੰ ਪੀ ਨਾਲ ਲਿਖਣਾ ਹੈ। ਥੋੜ੍ਹਾ ਰਿਵਾਈਜ਼ ਕਰ ਦਈਏ। ਹੁਣ ਤੱਕ ਅਸੀਂ ਡਿਸਟੈਂਸ ਪੜ੍ਹ ਚੁੱਕੇ ਹਾਂ, ਵੈਲੋਸਿਟੀ ਪੜ੍ਹ ਚੁੱਕੇ ਹਾਂ, ਡਿਸਟੈਂਸ ਓਵਰ ਟਾਈਮ, ਐਕਸਲਰੇਸ਼ਨ ਪੜ੍ਹ ਚੁੱਕੇ ਹਾਂ, ਵੈਲੋਸਿਟੀ ਓਵਰ ਟਾਈਮ, ਅਤੇ 3 ਇਕੁਏਸ਼ਨਸ ਅਸੀਂ ਪੜ੍ਹ ਚੁੱਕੇ ਹਾਂ। v is equal to u plus at, s is equal to ut plus half at square, and b square minus u square is equal to 2as। ਇਹ ਪੜ੍ਹ ਚੁੱਕੇ ਹਾਂ। ਇੱਥੇ ਇੱਕ ਨਵਾਂ ਵਰਡ, ਨਵੀਂ ਕੁਆਂਟਿਟੀ ਪੜ੍ਹਨਾ ਹੈ, ਮੋਮੈਂਟਮ। ਇਟ ਇਜ਼ ਰਿਟਨ ਐਜ਼ ਔਰ ਡਿਨੋਟਡ ਬਾਏ ਦਾ ਲੈਟਰ p। ਮੋਮੈਂਟਮ ਨੂੰ p ਨਾਲ ਲਿਖਣਾ ਹੈ, m ਨਾਲ ਨਹੀਂ ਲਿਖਣਾ। m ਮਾਸ ਨੂੰ ਡਿਨੋਟ ਕਰਦਾ ਹੈ, ਮੋਮੈਂਟਮ ਨੂੰ ਲਿਖਣਾ ਹੈ p ਨਾਲ। ਇਟ ਇਜ਼ ਡਿਫਾਈਨਡ ਐਜ਼ ਦੀ ਪ੍ਰੋਡਕਟ ਆਫ ਮਾਸ ਐਂਡ ਵੈਲੋਸਿਟੀ। ਮੋਮੈਂਟਮ ਕਿਹਦੇ ਬਰਾਬਰ ਹੁੰਦੀ ਹੈ? ਮਾਸ ਐਂਡ ਵੈਲੋਸਿਟੀ। ਇੱਕ ਬਾਡੀ, ਇੱਕ ਬਾਲ ਮੂਵ ਕਰ ਰਹੀ ਆ, ਉਹਦਾ ਮਾਸ ਕਿੰਨਾ ਹੈ? ਸਪੋਜ਼ 50 ਗ੍ਰਾਮ, ਅਤੇ ਉਸ ਦੀ ਸਪੀਡ ਕਿੰਨੀ ਹੈ? ਵੈਲੋਸਿਟੀ ਕਿੰਨੀ ਹੈ? 10 ਮੀਟਰ ਪਰ ਸੈਕਿੰਡ। ਤਾਂ ਮੋਮੈਂਟਮ ਕਿੰਨੀ ਹੋਊਗੀ? ਮਾਸ ਇੰਟੂ ਵੈਲੋਸਿਟੀ, 50 ਇੰਟੂ ਜਿੰਨੀ ਵੀ ਉਹਦੀ ਸਪੀਡ ਹੈ। ਸੋ ਮੋਮੈਂਟਮ ਇਜ਼ ਪ੍ਰੋਡਕਟ ਆਫ ਇਟਸ ਮਾਸ ਐਂਡ ਵੈਲੋਸਿਟੀ। p ਇਜ਼ ਇਕੁਅਲ ਟੂ m ਇੰਟੂ b। ਅਤੇ ਇਹਦੇ ਯੂਨਿਟ ਕੀ ਹੋ ਗਏ? ਮਾਸ ਦੇ ਯੂਨਿਟ ਕੀ ਹੁੰਦੇ ਨੇ? ਕਿਲੋਗ੍ਰਾਮ, ਅਤੇ ਵੈਲੋਸਿਟੀ ਦੇ ਮੀਟਰ ਪਰ ਸੈਕਿੰਡ। ਸੋ ਮੋਮੈਂਟਮ ਦੇ ਯੂਨਿਟ ਕੀ ਹੋ ਗਏ? ਕਿਲੋਗ੍ਰਾਮ ਮੀਟਰ ਪਰ ਸੈਕਿੰਡ। ਇਸ ਚੀਜ਼ ਨੂੰ ਨੈਕਸਟ, ਮੋਮੈਂਟਮ ਚੇਂਜ ਕਿਵੇਂ ਹੋਏਗੀ? ਇੱਕ ਬਾਲ ਆ ਰਹੀ ਹੈ, ਧਿਆਨ ਨਾਲ ਸੁਣਨਾ। ਉਸ ਦਾ ਮਾਸ m ਹੈ ਅਤੇ ਵੈਲੋਸਿਟੀ ਹੈ ਉਸਦੀ ਸਪੋਜ਼ 10 ਮੀਟਰ, ਅਤੇ ਅਸੀਂ ਉਸ ਨੂੰ 10 ਤੋਂ 20 ਕਰ ਦਿੱਤਾ। ਅਸੀਂ ਹਿੱਟ ਮਾਰ ਦਿੱਤੀ ਜਾਂ ਉਸ ਨੂੰ ਘਟਾ ਦਿੱਤਾ, ਸਾਹਮਣਿਓਂ ਰੋਕ ਦਿੱਤਾ ਥੋੜ੍ਹੀ ਫੋਰਸ ਲਾ ਕੇ। ਜਿਸ ਤਰ੍ਹਾਂ ਬਾਲ ਆਉਂਦੀ ਹੈ, ਹਾਕੀ ਅੱਗੇ ਕਰ ਦਈਏ ਤਾਂ ਉਸ ਦੀ ਸਪੀਡ ਘੱਟ ਜਾਏਗੀ। ਜੇ ਉਸੇ ਡਾਇਰੈਕਸ਼ਨ 'ਚ ਹੋਰ ਹਿੱਟ ਮਾਰ ਦਈਏ ਤਾਂ ਤੇਜ਼ ਹੋ ਜਾਵੇਗੀ। ਇਸ ਲਈ ਮੋਮੈਂਟਮ ਵੀ ਨਾਲ ਹੀ ਚੇਂਜ ਹੋ ਜਾਣੀ ਆ, ਕਿਉਂਕਿ ਮੋਮੈਂਟਮ ਦਾ ਫਾਰਮੂਲਾ ਕੀ ਹੈ? ਮਾਸ ਇੰਟੂ ਵੈਲੋਸਿਟੀ। ਮਾਸ ਤਾਂ ਹੁਣ ਓਨਾ ਹੀ ਹੈ 50 ਗ੍ਰਾਮ, ਵੈਲੋਸਿਟੀ ਪਹਿਲਾਂ 10 ਦੀ ਸਪੀਡ ਸੀ ਅਤੇ ਅਸੀਂ ਉਸ ਨੂੰ 20 ਕਰ ਦਿੱਤੀ, ਤਾਂ ਮਲਟੀਪਲਾਈ ਵੱਧ ਜਾਣੀ ਹੈ, ਭਾਵ ਮੋਮੈਂਟਮ ਵੀ ਵੱਧ ਜਾਣੀ ਹੈ। ਜੇ ਵੈਲੋਸਿਟੀ ਘਟਾ ਦਿੱਤੀ ਤਾਂ ਮੋਮੈਂਟਮ ਘਟ ਜਾਣੀ ਹੈ। ਸੋ ਮੋਮੈਂਟਮ ਨੂੰ ਚੇਂਜ ਕੌਣ ਕਰਦਾ ਹੈ? ਫੋਰਸ। ਹੂ ਚੇਂਜਿਜ਼ ਦਾ ਮੋਮੈਂਟਮ? ਫੋਰਸ। ਜੇ ਫੋਰਸ ਅਸੀਂ ਉਸੇ ਡਾਇਰੈਕਸ਼ਨ 'ਚ ਲਾ ਦਈਏ ਤਾਂ ਮੋਮੈਂਟਮ ਤੇਜ਼ ਹੋ ਜਾਵੇਗੀ। ਜੇ ਫੋਰਸ ਅਸੀਂ ਆਪੋਜਿਟ ਡਾਇਰੈਕਸ਼ਨ 'ਚ ਲਾ ਦਈਏ, ਜੇ ਫੋਰਸ ਲਾ ਕੇ ਵੈਲੋਸਿਟੀ ਵਧਾ ਦਈਏ ਤਾਂ ਮੋਮੈਂਟਮ ਵੱਧ ਜਾਏਗੀ। ਜੇ ਫੋਰਸ ਲਾ ਕੇ ਵੈਲੋਸਿਟੀ ਘਟਾ ਦਈਏ ਤਾਂ ਮੋਮੈਂਟਮ ਘਟ ਜਾਵੇਗੀ। ਸੋ ਦੇਅਰਫੋਰ ਇਟ ਇਜ਼ ਕਲੀਅਰ that the force also produces a change of momentum। Force also produces a change of momentum। ਸੈਕੰਡ ਲਾ ਦੇ ਨੇੜੇ ਪਹੁੰਚਣ ਵਾਲੇ ਰਿਜ਼ਲਟ ਦੇ। 9 ਇੱਕ ਚੀਜ਼ ਹੋਰ ਵੀ ਹੈ ਇੱਥੇ, ਟਾਈਮ। ਜੇ ਅਸੀਂ ਵੱਧ ਸਮੇਂ ਲਈ ਫੋਰਸ ਲਾਈਏ ਤਾਂ ਮੋਮੈਂਟਮ ਵੱਧ ਜਾਵੇਗੀ,
ਜੇ ਘੱਟ ਸਮੇਂ ਲਈ ਫੋਰਸ ਲਾਈਏ ਤਾਂ ਮੋਮੈਂਟਮ ਘਟ ਜਾਵੇਗੀ, ਘੱਟ ਚੇਂਜ ਹੋਵੇਗੀ। ਚੇਂਜ ਇਨ ਮੋਮੈਂਟਮ ਜੇ ਵੱਧ ਫੋਰਸ ਲਾਈਏ, ਜਿਵੇਂ ਇੱਕ ਗੱਡੀ ਖੜੀ ਆ, ਉਸ ਨੂੰ 10 ਸਕਿੰਟ ਲਈ ਧੱਕਾ ਲਾਈਏ ਤਾਂ ਮੋਮੈਂਟਮ ਘੱਟ ਚੇਂਜ ਹੋਏਗੀ। ਜੇ ਉਸ ਨੂੰ ਵੱਧ ਸਮੇਂ ਲਈ ਅਤੇ ਵੱਧ ਫੋਰਸ ਲਾ ਦਈਏ ਤਾਂ ਮੋਮੈਂਟਮ ਜ਼ਿਆਦਾ ਚੇਂਜ ਹੋ ਜਾਏਗੀ। ਸੋ ਚੇਂਜ ਇਨ ਮੋਮੈਂਟਮ ਦੋ ਚੀਜ਼ਾਂ 'ਤੇ ਡਿਪੈਂਡ ਕਰਦੀ ਆ, ਇੱਕ ਫੋਰਸ 'ਤੇ ਇੱਕ ਟਾਈਮ 'ਤੇ। ਇਸ ਤੋਂ ਅਸੀਂ ਇੱਕ ਰਿਲੇਸ਼ਨ ਡਰਾ ਕਰਨਾ ਹੈ, ਸਮਝਣਾ ਹੈ। ਹੁਣ ਇੱਥੇ ਮੈਥੇਮੈਟੀਕਲ ਫਾਰਮੇਸ਼ਨ ਕੀ ਹੈ ਸੈਕੰਡ ਲਾ ਆਫ ਮੋਸ਼ਨ ਦੀ। ਸੋ ਸੈਕੰਡ ਲਾ ਆਫ ਮੋਸ਼ਨ ਦੀ ਪਹਿਲਾਂ ਡੈਫੀਨੇਸ਼ਨ ਪੜ੍ਹੋ ਕੀ ਹੈ। ਦੀ ਸੈਕੰਡ ਲਾ ਆਫ ਮੋਸ਼ਨ ਸਟੇਟਸ ਦੈਟ ਰੇਟ ਆਫ ਚੇਂਜ ਆਫ ਮੋਮੈਂਟਮ ਦੇ ਵਿੱਚ ਜਿਹੜੀ ਚੇਂਜ ਹੈ ਇਜ਼ ਪ੍ਰਪੋਰਸ਼ਨਲ ਟੂ ਦਾ ਅਪਲਾਈਡ ਅਨਬੈਲੈਂਸ ਫੋਰਸ ਇਨ ਦਾ ਡਾਇਰੈਕਸ਼ਨ ਆਫ ਫੋਰਸ। ਮੋਮੈਂਟਮ ਹੈ ਜਿਹੜੀ ਕਿਸ 'ਤੇ ਡਿਪੈਂਡ ਕਰਦੀ ਹੈ, ਫੋਰਸ 'ਤੇ। ਜਿੰਨੀ ਫੋਰਸ ਵੱਧ ਹੋਊਗੀ ਅਤੇ ਜਿੰਨੇ ਸਮੇਂ ਲਈ ਵੱਧ ਲਗਾਵਾਂਗੇ, ਰੇਟ ਮੀਨਸ ਟਾਈਮ, ਓਨੀ ਮੋਮੈਂਟਮ ਵੱਧ ਹੋਏਗੀ। ਜਿੰਨੇ ਘੱਟ ਸਮੇਂ ਲਈ ਲਾਵਾਂਗੇ ਓਨੀ ਘੱਟ ਹੋਵੇਗੀ। ਸੋ ਇਹ ਸੈਕੰਡ ਲਾ ਹੈ, ਇਸ ਨੂੰ ਯਾਦ ਕਰਨਾ ਹੈ। ਸੈਕੰਡ ਲਾ ਆਫ ਮੋਸ਼ਨ ਸਟੇਟਸ ਦੈਟ ਦੀ ਰੇਟ ਆਫ ਚੇਂਜ ਆਫ ਮੋਮੈਂਟਮ ਤੁਹਾਨੂੰ ਦੱਸ ਦਿੱਤਾ, ਇਟ ਇਜ਼ ਡਿਨੋਟਡ ਬਾਈ P ਐਂਡ ਇਟ ਇਜ਼ ਪ੍ਰੋਡਕਟ ਆਫ ਮਾਸ ਐਂਡ ਵੈਲੋਸਿਟੀ। ਚੇਂਜ ਮੋਮੈਂਟਮ ਦੇ ਵਿੱਚ ਜਿਹੜੀ ਚੇਂਜ ਹੈ ਕਿਸ 'ਤੇ ਡਿਪੈਂਡ ਕਰਦੀ ਹੈ, ਇਜ਼ ਪ੍ਰਪੋਰਸ਼ਨਲ ਟੂ ਦਾ ਅਪਲਾਈਡ ਫੋਰਸ 'ਤੇ ਇਨ ਦਾ ਡਾਇਰੈਕਸ਼ਨ ਆਫ ਫੋਰਸ। ਕਿਸ ਡਾਇਰੈਕਸ਼ਨ ਵਿੱਚ ਲੱਗਦੀ ਹੈ, ਜੇ ਸੇਮ ਡਾਇਰੈਕਸ਼ਨ 'ਚ ਲੱਗਦੀ ਹੈ ਤਾਂ ਮੋਮੈਂਟਮ ਵੱਧ ਜਾਏਗੀ, ਆਪੋਜਿਟ ਲੱਗ ਜਾਂਦੀ ਹੈ ਤਾਂ ਮੋਮੈਂਟਮ ਘੱਟ ਜਾਊਗੀ। ਸੋ ਚੇਂਜ ਸਿੰਪਲੀ ਸੈਕੰਡ ਲਾ ਕੀ ਹੈ, ਚੇਂਜ ਇਨ ਮੋਮੈਂਟਮ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦਾ ਅਪਲਾਈਡ ਫੋਰਸ। ਸੋ ਮੈਥੇਮੈਟੀਕਲੀ ਇਸ ਨੂੰ ਕਿਵੇਂ ਲਿਖਣਾ ਹੈ। ਸਪੋਜ਼ ਐਨ ਆਬਜੈਕਟ ਆਫ ਮਾਸ m, ਕਿਸੇ ਮਾਸ ਦਾ ਆਬਜੈਕਟ m ਹੈ, ਇਜ਼ ਮੂਵਿੰਗ ਅਲੋਂਗ ਏ ਸਟੇਟ ਲਾਈਨ, ਇੱਕ ਸਟੇਟ ਲਾਈਨ ਦੇ ਅਲੋਂਗ ਜਾ ਰਹੀ ਹੈ, ਵਿਦ ਦਾ ਇਨੀਸ਼ੀਅਲ ਵੈਲੋਸਿਟੀ u, ਜਿਸ ਦੀ ਪਹਿਲਾਂ ਵਾਲੀ ਵੈਲੋਸਿਟੀ ਇਨੀਸ਼ੀਅਲ ਕੀ ਹੈ u। ਇਟ ਇਜ਼ ਯੂਨੀਫਾਰਮਲੀ ਐਕਸਲਰੇਟਡ, ਇਸ ਨੂੰ ਐਕਸਲਰੇਟ ਕਰਤਾ ਟੂ ਏ ਵੈਲੋਸਿਟੀ b, ਵੈਲੋਸਿਟੀ ਵੱਧ ਕੇ ਕਿੰਨੀ ਹੋ ਗਈ b, ਕਿੰਨੇ ਟਾਈਮ ਦੇ ਵਿੱਚ, ਇਨ ਟਾਈਮ t। ਦੈਨ ਬਾਏ ਐਪਲੀਕੇਸ਼ਨ ਆਫ ਕਾਂਸਟੈਂਟ ਫੋਰਸ F ਥਰੂ ਏ ਟਾਈਮ t, ਅਤੇ ਫੋਰਸ ਕਿੰਨੀ ਲਾ ਦਿੱਤੀ F। ਮਾਸ ਬਾਡੀ ਦਾ m ਹੈ, ਇਨੀਸ਼ੀਅਲ ਵੈਲੋਸਿਟੀ ਸ਼ੁਰੂ ਦੀ ਵੈਲੋਸਿਟੀ u ਹੈ, ਅਤੇ ਫੋਰਸ F ਲਾ ਦਿੱਤੀ, t ਟਾਈਮ ਲਈ ਲਾ ਦਿੱਤੀ, ਅਤੇ ਫਾਈਨਲ ਵੈਲੋਸਿਟੀ ਕਿੰਨੀ ਬਣ ਗਈ b। ਨਾਓ ਇਨੀਸ਼ੀਅਲ ਐਂਡ ਫਾਈਨਲ ਮੋਮੈਂਟਮ, ਪਹਿਲਾ ਮੋਮੈਂਟਮ ਕਿੰਨੀ ਸੀ, ਮਾਸ ਇਨਟੂ ਵੈਲੋਸਿਟੀ। ਮਾਸ ਪਹਿਲਾਂ ਓਨਾ ਹੀ ਸੀ ਅਤੇ ਵੈਲੋਸਿਟੀ ਕਿੰਨੀ ਸੀ u, ਅਤੇ ਮੋਮੈਂਟਮ ਕਿਹਦੇ ਬਰਾਬਰ ਹੁੰਦੀ ਆ, ਮਾਸ ਇਨਟੂ ਵੈਲੋਸਿਟੀ। ਜਦੋਂ ਤੇਜ਼ ਹੋ ਗਈ ਫਿਰ ਮੋਮੈਂਟਮ ਕਿੰਨੀ ਹੋ ਗਈ mb, ਮਾਸ m ਹੀ ਬਾਡੀ ਦਾ ਅਤੇ ਵੈਲੋਸਿਟੀ ਕਿੰਨੀ ਹੋ ਗਈ b, ਪਹਿਲਾਂ u ਸੀ ਅਤੇ ਫਿਰ b ਹੋ ਗਈ। ਇਨੀਸ਼ੀਅਲ ਮੋਮੈਂਟਮ ਕਿੰਨੀ ਆ mu, ਅਤੇ ਫਾਈਨਲ ਮੋਮੈਂਟਮ ਕਿੰਨੀ ਆ mb। ਸੋ ਚੇਂਜ ਇਨ ਮੋਮੈਂਟਮ ਕਿੰਨੀ ਹੋ ਗਈ, ਪਹਿਲਾਂ p1 ਸੀ ਫਿਰ p2 ਹੋ ਗਈ, ਚੇਂਜ ਕਿੰਨੀ ਹੋ ਗਈ p2 ਮਾਈਨਸ p1, ਦੈਟ ਇਜ਼ mb ਮਾਈਨਸ mu। m ਕਾਮਨ ਕੱਢ ਲਈ, ਬਰੈਕਟ ਦੇ ਵਿੱਚ ਰਹਿ ਗਿਆ v ਮਾਈਨਸ u, ਯਾਨੀ ਚੇਂਜ ਇਨ ਵੈਲੋਸਿਟੀ। ਮਾਸ ਓਨਾ ਹੀ ਆ, ਵੈਲੋਸਿਟੀ ਚੇਂਜ ਹੋ ਗਈ ਫੋਰਸ ਲਾਉਣ ਦੇ ਨਾਲ। ਸੋ ਰੇਟ ਆਫ ਚੇਂਜ ਆਫ ਮੋਮੈਂਟਮ, ਰੇਟ ਆਫ ਚੇਂਜ ਆਫ ਮੋਮੈਂਟਮ ਦਾ ਮਤਲਬ ਹੁੰਦਾ ਚੇਂਜ ਇਨ ਮੋਮੈਂਟਮ ਪਰ ਯੂਨਿਟ ਟਾਈਮ, ਕਿੰਨੇ ਸਮੇਂ ਲਈ ਫੋਰਸ ਲੱਗੀ। ਸੋ ਫੋਰਸ
applied force is proportional to rate of change of momentum. Force ਕਿਹਦੇ ਤੇ ਡਿਪੈਂਡ ਕਰਦੀ ਆ? rate of change of momentum. ਉੱਪਰ change in momentum, mv minus mu over time. ਤੇ ਇਹ ਕਿਸ ਦੀ ਇਕੁਏਸ਼ਨ ਹੈ? b minus u over t. ਇਸ ਦੀ ਜਗ੍ਹਾ ਤੇ ਅਸੀਂ ਕੀ ਲਿਖ ਸਕਦੇ ਹਾਂ? ਐਕਸਲਰੇਸ਼ਨ A ਕਿਵੇਂ ਆਇਆ? ਸਾਨੂੰ ਪਤਾ ਹੈ v is equal to u plus at. u ਨੂੰ ਦੂਸਰੀ ਸਾਈਡ ਤੇ ਲੈ ਜਾਓ, v minus u is equal to at, ਤੇ a ਕਿੰਨਾ ਆ ਗਿਆ? v minus u over t. ਸੋ b minus u over t ਦੀ ਥਾਂ ਤੇ ਅਸੀਂ ਕੀ ਲਿਖ ਦਾਂਗੇ? a, ma. ਸੋ ਇੱਥੇ ਇੱਕ ਨਵੀਂ ਇਕੁਏਸ਼ਨ ਤੁਹਾਡੇ ਸਾਹਮਣੇ ਕ੍ਰੀਏਟ ਹੋ ਗਈ, ਫੋਰਸ ਇਜ਼ ਇਕਲ ਟੂ ਐਮ ਏ. ਫੋਰਸ ਇਜ਼ ਇਕਲ ਟੂ ਐਮ ਏ, ਇਹ ਯਾਦ ਰੱਖਣੀ ਹੈ। ਹੁਣ ਤੱਕ ਕੀ ਯਾਦ ਰੱਖਣਾ ਹੈ? ਵੈਲੋਸਿਟੀ, ਡਿਸਟੈਂਸ ਓਵਰ ਟਾਈਮ, ਐਕਸਲਰੇਸ਼ਨ, ਵੈਲੋਸਿਟੀ ਓਵਰ ਟਾਈਮ, ਤੇ 3 ਇਕੁਏਸ਼ਨਾਂ। ਚੌਥੀ ਤੁਹਾਨੂੰ ਦੱਸ ਦਿੱਤਾ ਮੋਮੈਂਟਮ ਦਾ ਫਾਰਮੂਲਾ, P ਇਜ਼ ਇਕਲ ਟੂ ਪ੍ਰੋਡਕਟ ਆਫ ਮਾਸ ਐਂਡ ਵੈਲੋਸਿਟੀ, ਮਾਸ ਇਨਟੂ ਵੈਲੋਸਿਟੀ, ਤੇ ਲਾਸਟ ਫਾਰਮੂਲਾ ਚੌਥਾ, ਫੋਰਸ ਇਜ਼ ਇਕਲ ਟੂ ਐਮ ਏ। ਜੇ ਹੁਣ ਅਸੀਂ ਫੋਰਸ ਕੈਲਕੂਲੇਟ ਕਰਨੀ ਹੈ, ਇੱਕ ਬॉल ਆ ਰਹੀ ਉੱਤੇ ਜਿਹੜੀ ਫੋਰਸ ਲੱਗ ਗਈ ਉਸਨੂੰ ਕਿਵੇਂ ਕੈਲਕੂਲੇਟ ਕਰਾਂਗੇ? ਮਾਸ ਇਨਟੂ ਐਕਸਲਰੇਸ਼ਨ, ਮਾਸ ਇਨਟੂ acceleration. So the second law of motion gives the method to measure the force acting on a object as the product of its mass and acceleration. Second law force ਦਾ ਸਾਨੂੰ ਫਾਰਮੂਲਾ ਵੀ ਦਿੰਦਾ ਹੈ, force ਨੂੰ ਨਾਪਣ ਦਾ ਫਾਰਮੂਲਾ, which is product of ਕਿਹਦੀ ਮਲਟੀਪਲਾਈ mass and acceleration. ਸੋ ਇਹ ਸੀ ਸੈਕਿੰਡ ਲਾ ਆਫ ਮੋਸ਼ਨ। ਤੁਸੀਂ ਮੇਨਲੀ ਇਸ ਵਿੱਚ ਇੱਕ ਡੈਫੀਨੇਸ਼ਨ ਯਾਦ ਕਰਨੀ ਹੈ, ਡਿਟੇਲ ਸਮਝਾ ਦਿੱਤੀ ਹੈ। ਸੈਕਿੰਡ ਲਾ ਆਫ ਮੋਸ਼ਨ ਸਟੇਟਸ ਦੱਸਦਾ ਹੈ ਦੀ ਰੇਟ ਆਫ ਚੇਂਜ ਆਫ ਮੋਮੈਂਟਮ। ਮੋਮੈਂਟਮ ਵਿੱਚ ਜਿਹੜੀ ਚੇਂਜ ਹੁੰਦੀ ਹੈ ਉਹ ਕਿਤੇ ਡਿਪੈਂਡ ਕਰਦੀ ਹੈ? ਇਸ ਇਜ਼ ਪ੍ਰਪੋਰਸ਼ਨਲ ਟੂ ਦਾ ਅਪਲਾਈਡ ਅਨਬੈਲੈਂਸ ਫੋਰਸ, ਜਿਹੜੀ ਉਸ 'ਤੇ ਫੋਰਸ ਲੱਗਦੀ ਹੈ। ਸੈਕਿੰਡ law of motion also gives the method of measuring the force acting on the object as the product of its mass and acceleration. ਦੂਸਰਾ ਸੈਕਿੰਡ ਲਾ ਤੋਂ ਸਾਨੂੰ ਫੋਰਸ ਦਾ ਫਾਰਮੂਲਾ ਮਿਲਦਾ ਹੈ, ਮਾਸ ਇਨਟੂ ਐਕਸਲਰੇਸ਼ਨ। ਮਾਸ ਦੇ ਯੂਨਿਟ ਕਿਲੋਗ੍ਰਾਮ, ਐਕਸਲਰੇਸ਼ਨ ਦੇ ਮੀਟਰ ਪਰ ਸੈਕਿੰਡ ਸਕੇਅਰ। ਮਾਸ ਦੇ ਯੂਨਿਟ ਕਿੰਨੇ ਹੋ ਗਏ? ਮੀਟਰ, ਕਿਲੋਗ੍ਰਾਮ ਮੀਟਰ ਪਰ ਸੈਕਿੰਡ ਸਕੇਅਰ। ਜੇਕਰ ਮਾਸ 1 ਕਿਲੋਗ੍ਰਾਮ ਹੈ, ਡਿਸਟੈਂਸ 1 ਮੀਟਰ ਕਵਰ ਕੀਤੀ ਹੈ ਇਨ ਯੂਨਿਟ ਸੈਕਿੰਡ, ਤਾਂ ਫੋਰਸ ਕੀ ਹੋਊਗਾ? ਨਿਊਟਨ। ਯੂਨਿਟ ਆਫ ਫੋਰਸ ਇਜ਼ ਆਲਸੋ ਨਿਊਟਨ, which has the symbol N. ਦੋ ਫੋਰਸ ਦੇ ਯੂਨਿਟ ਹਨ, ਕਿਲੋਗ੍ਰਾਮ ਮੀਟਰ ਪਰ ਸੈਕਿੰਡ ਸਕੇਅਰ ਔਰ ਨਿਊਟਨ। ਇਟ ਇਜ਼ ਰਿਪਰੈਜ਼ੈਂਟਡ ਬਾਈ ਕੈਪੀਟਲ N. ਸੋ ਇਹ ਸੀ ਸੈਕਿੰਡ ਲਾ ਆਫ ਮੋਸ਼ਨ। ਇਸ ਦੀ ਇੱਕ ਐਪਲੀਕੇਸ਼ਨ ਹੈ, ਜਿਵੇਂ ਹੀ ਕ੍ਰਿਕਟ ਦੇ ਮੈਚ ਦੇ ਵਿੱਚ ਜੋ ਬॉल ਨੂੰ ਕੈਚ ਕਰਦਾ ਹੈ, ਜੇਕਰ ਉਹ ਡਾਇਰੈਕਟ ਹੀ ਕੈਚ ਕਰਦਾ ਹੈ ਤਾਂ ਮੋਮੈਂਟਮ ਇੱਕਦਮ ਚੇਂਜ ਹੋ ਜਾਵੇਗੀ, ਮੋਮੈਂਟਮ 0 ਬਣ ਜਾਣੇ। ਜਦੋਂ ਉਸ ਦੀ ਹੱਥ ਦੇ ਵਿੱਚ ਬॉल ਆਉਣੀ ਆ ਤਾਂ ਜਿੰਨੀ ਉਸ ਦੇ ਵਿੱਚ ਮੋਮੈਂਟਮ ਆ ਉਹ 0 ਹੋ ਜਾਣੀ ਹੈ। ਜੇ ਉਹ ਡਾਇਰੈਕਟ ਕੈਚ ਕਰ ਲੈਂਦਾ ਤਾਂ ਸਾਰੀ ਦੀ ਸਾਰੀ ਜਿਹੜੀ ਮੋਮੈਂਟਮ ਆ ਇੱਕਦਮ ਚੇਂਜ ਹੋਣ ਦੇ ਨਾਲ
ਉਹ ਜਿਹੜਾ ਪਲੇਅਰ ਹੈ ਜਿਹੜਾ ਕੈਚ ਕਰ ਰਿਹਾ ਉਹ ਉਸ ਦੇ ਹੱਥਾਂ ਨੂੰ ਸੱਟ ਵੀ ਮਾਰ ਸਕਦੀ ਹੈ। ਦੇਅਰਫੋਰ ਏ ਲਾਰਜ ਫੋਰਸ would have to be applied for holding the catch that may hurt the palm of the fielder, ਜਿਹੜੀ ਫੀਲਡਰ ਦੇ ਹਥੇਲੀ ਨੂੰ ਟੱਚ ਕਰ ਸਕਦੀ ਹੈ। ਸੋ ਐਕਚੁਅਲੀ ਮੈਥਡ ਕੀ ਹੈ, ਉਸ ਬਾਲ ਨੂੰ ਪਕੜਦੇ ਨਾਲ ਪਿੱਛੇ ਲੈ ਜਾਓ ਤਾਂ ਕਿ ਜਿਹੜੀ ਚੇਂਜ ਆਫ ਮੋਮੈਂਟਮ ਆ ਉਹ ਰਿਡਿਊਜ਼ ਹੋ ਜਾਵੇ। ਨਾਲ ਹੀ ਹੱਥ ਜੇ ਇੱਕ ਤਰ੍ਹਾਂ ਉੱਥੇ ਖੜ੍ਹਾ ਕੇ ਰੱਖਾਂਗੇ ਤਾਂ ਸੱਟ ਲੱਗ ਸਕਦੀ ਹੈ। ਬਾਲ ਨੂੰ ਫੜਦੇ ਪਿੱਛੇ ਲੈ ਜਾਓ ਤਾਂ ਕਿ ਜੋ ਮੋਮੈਂਟਮ ਆ ਉਹ ਹੌਲੀ ਡਿਕਰੀਜ਼ ਹੋ ਜਾਵੇ। ਰੇਟ ਆਫ ਚੇਂਜ ਆਫ ਮੋਮੈਂਟਮ ਆ ਜਿਹੜਾ ਹੌਲੀ ਡਿਕਰੀਜ਼ ਹੋ ਜਾਵੇ। ਜਿਸ ਤਰ੍ਹਾਂ ਇੱਕਦਮ ਅਸੀਂ ਕਿਸੇ ਚੀਜ਼ ਨੂੰ ਰੋਕਦੇ ਹਾਂ ਤਾਂ ਮੋਮੈਂਟਮ ਦੇ ਵਿੱਚ ਚੇਂਜ ਜ਼ਿਆਦਾ ਹੁੰਦੀ ਹੈ। ਹੌਲੀ ਪਿੱਛੇ ਨੂੰ ਨਾਲ ਚੱਲਦੇ ਹਾਂ ਰੋਕਦੇ ਤਾਂ ਮੋਮੈਂਟਮ ਘੱਟ ਜਾਂਦੀ ਹੈ। ਇਹ ਪੈਰਾਗ੍ਰਾਫ ਤੁਸੀਂ ਸਾਰਾ ਸਟੱਡੀ ਕਰ ਲੈਣਾ ਹੈ, ਇਸ ਵਿੱਚ ਤੁਹਾਨੂੰ 1-2 ਗੱਲਾਂ ਕਲੀਅਰ ਹੋ ਜਾਣੀਆਂ ਹਨ। ਸੋ ਇਹ ਸੀ ਸੈਕਿੰਡ ਲਾ ਆਫ ਮੋਸ਼ਨ। ਇਸ ਦੇ ਕੁਝ ਨੁਮੈਰੀਕਲ ਹਨ, ਨੁਮੈਰੀਕਲ ਬਾਅਦ ਵਿੱਚ ਤੁਹਾਨੂੰ ਸਾਰੇ ਸਮਝਾਏ ਜਾਣਗੇ ਅਤੇ ਕੱਲ੍ਹ ਇਹ ਸਿਲੇਬਸ ਹੈ ਜਿਹੜਾ ਇਸ ਚੈਪਟਰ ਦਾ ਓਵਰ ਹੋ ਜਾਊਗਾ। ਉਸ ਤੋਂ ਬਾਅਦ ਜਿਹੜੀ ਰਿਵੀਜ਼ਨ ਹੈ ਉਸ ਦੇ ਵਿੱਚ ਸਾਰੇ ਨੁਮੈਰੀਕਲ ਕਲੀਅਰ ਆਪਾਂ ਕਰਾਂਗੇ। ਅਤੇ ਨੈਕਸਟ ਹੈ ਬੇਟੇ ਥਰਡ ਲਾ ਆਫ ਮੋਸ਼ਨ। ਥਰਡ ਲਾ ਆਫ ਮੋਸ਼ਨ ਇਹ ਨੈਕਸਟ ਵੀਡੀਓ ਤੁਹਾਨੂੰ ਪਾਈ ਜਾਵੇਗੀ, ਉਸ ਵਿੱਚ ਐਕਸਪਲੇਨ ਕਰ ਦਿੱਤਾ ਜਾਵੇਗਾ। ਥਰਡ ਲਾ ਆਫ ਮੋਸ਼ਨ 3 ਲਾ ਹਨ ਨਿਊਟਨ ਦੇ। ਫਸਟ ਲਾ ਆਫ ਮੋਸ਼ਨ, ਸੈਕਿੰਡ ਲਾ ਆਫ ਮੋਸ਼ਨ ਐਂਡ ਥਰਡ ਲਾ ਆਫ ਮੋਸ਼ਨ। ਫਸਟ ਅਤੇ ਸੈਕਿੰਡ ਤੁਸੀਂ ਸਮਝ ਲੈਣੇ ਹਨ, ਦੁਬਾਰਾ ਵੀਡੀਓ ਸੁਣ ਲੈਣੀ ਹੈ ਅਤੇ ਨੈਕਸਟ ਲੈਕਚਰ ਦੇ ਵਿੱਚ ਥਰਡ ਲਾ ਆਫ ਮੋਸ਼ਨ ਤੁਹਾਨੂੰ ਐਕਸਪਲੇਨ ਕਰਾਂਗੇ। ਓਕੇ ਬੇਟੇ, ਥੈਂਕ ਯੂ, ਹੈਵ ਅ ਨਾਈਸ ਡੇ।